ਹੋਰ ਜਿਹੜੇ 16 ਆਸਣ ਗਿਣੇ ਨੇ ਉਹਨਾਂ ਵਿੱਚੋਂ ਜਿਹੜੇ 4 ਸ੍ਰੇਸ਼ਟ ਨੇ ਉਹ ਮੈਂ ਤੁਹਾਨੂੰ ਸੁਣਾਉਂਦਾ ਹਾਂ। ਕਹਿੰਦੇ ਉਹਨਾਂ ਵਿੱਚ ਸਿੰਘ ਆਸਣ ਜਿਵੇਂ ਸ਼ੇਰ ਬੈਠਦਾ, ਪਦਮ ਆਸਣ, ਸਿੱਧ ਆਸਣ, ਭਦਰ ਆਸਣ, ਇਹ 4 ਆਸਣ ਜਿਹੜੇ ਨੇ ਚੰਗੇ ਹਨ। ਇਹਨਾਂ ਵਿੱਚ ਫਿਰ ਅੱਗੇ 2 ਆਸਣ ਜਿਹੜੇ ਨੇ ਉਹ ਸ੍ਰੇਸ਼ਟ ਮੰਨੇ ਹਨ। ਸਿੱਧ ਪਦਮ ਇਨ ਦ્વੈ ਮੈਂ ਸਿੱਧ ਬਰ, ਇਸ ਪ੍ਰਕਾਰ ਆਸਨ ਕਰਯੰਤ। ਸਿੱਧ ਆਸਣ ਤੇ ਪਦਮ ਆਸਣ 2 ਜਿਹੜੇ ਨੇ ਇਹ ਖਾਸ, ਪਰ ਇਹਦੇ ਵਿੱਚ ਫਿਰ ਕਹਿੰਦੇ ਸਿੱਧ ਬਰ, ਬਰ ਹੁੰਦਾ ਸ੍ਰੇਸ਼ਟ। ਜਿਹੜਾ ਸਿੱਧ ਆਸਣ ਹੈ ਸੋ ਇਸ ਤਰ੍ਹਾਂ ਸਾਰਿਆਂ ਨਾਲੋਂ ਵਧੀਆ ਗਿਣਿਆ ਗਿਆ। ਇਸ ਪ੍ਰਕਾਰ ਆਸਣ ਜਿਹੜੇ ਕਰੀਦੇ ਹਨ। ਪ੍ਰਾਣਾਯਾਮ ਤ੍ਰਿਦਾ ਇਕ ਉੱਤਮ, ਮੱਧਮ ਅਰ ਕਨਿਸ਼ਟ ਜਨਯੰਤ। ਹੁਣ ਅੱਗੇ ਪ੍ਰਾਣਾਯਾਮ ਪ੍ਰਾਰੰਭ ਕੀਤਾ ਹੈ। ਇਹ ਜਿਹੜੇ ਆਸਣ ਨੇ ਦੱਸੇ, ਪਦਮ ਆਸਣ ਲਾਉਣਾ, ਸਿੱਧ ਆਸਣ ਲਾਉਣਾ, ਇਹ ਜਦੋਂ ਗੁਰੂ ਨਾਨਕ ਦੇਵ ਜੀ ਦੀ ਕਥਾ ਆਵੇਗੀ ਉੱਥੇ ਆਵੇਗਾ ਇਹ ਸਾਰਾ ਦੁਬਾਰਾ ਆਸਣ ਆਉਣਗੇ। ਤੇ ਇਸੇ ਪ੍ਰਕਾਰ ਹੁਣ ਪ੍ਰਾਣਾਯਾਮ 3 ਤਰ੍ਹਾਂ ਦਾ ਹੁੰਦਾ ਹੈ। ਇੱਕ ਉੱਤਮ ਹੈ, ਇੱਕ ਮੱਧਮ ਹੈ, ਇੱਕ ਕਨਿਸ਼ਟ ਹੈ, ਭਾਵ ਇੱਕ ਏ ਕਲਾਸ, ਇੱਕ ਬੀ ਕਲਾਸ ਹੈ, ਇੱਕ ਸੀ ਕਲਾਸ ਹੈ। ਆਮ ਤੌਰ ਤੇ ਸੀ ਵਾਲਾ ਜ਼ਿਆਦਾ ਕਰਦੇ ਨੇ ਕਿਉਂਕਿ ਇਹ ਜ਼ੋਰ ਘੱਟ ਲੱਗਦਾ ਹੈ। ਉਹਨੂੰ ਦੁੱਗਣਾ ਕਰਨਾ, ਉਹ ਬੀ ਕਲਾਸ, ਏ ਕਲਾਸ ਵਾਲੇ ਜਿਹੜੇ ਨੇ ਉਹ ਸਾਰਿਆਂ ਨਾਲੋਂ ਹੀ ਉੱਤਮ ਹੋ ਜਾਂਦੇ ਹਨ। ਦੁਆਦਸ਼ ਮਾਤਰ ਚੰਦ ਕਰ ਪੂਰੈ, ਕੁੰਭਕ ਸ਼ਕਤ ਪ੍ਰਮਾਣ ਰਖੰਤ। ਕੀ ਕਰਦੇ ਨੇ ਕਿ ਜਿਹੜੀ ਚੰਦਰਮਾ ਦੀ ਸੁਰ ਹੈ ਸੱਜੀ ਸਾਡੀ, ਉਸ ਦੇ ਰਾਹੀਂ ਚੜਾਉਂਦੇ ਨੇ। ਠੰਡੀ ਸੁਰ ਦੇ ਰਾਹੀਂ 12 ਵਾਰੀ ਓੰ ਓੰ ਕਹਿ ਕੇ ਸਵਾਸਾਂ ਨੂੰ ਉੱਪਰ, ਅਤੇ ਇਹ ਜਾ ਕੇ ਇਹਨੂੰ ਜਿੱਥੇ ਠਹਿਰਾਉਂਦੇ ਨੇ, ਕੁੰਭਕ ਤੋਂ ਭਾਵ ਠਹਿਰਾਉਣਾ। ਸੋ 12 ਵਾਰੀ ਓੰ ਓੰ ਆ ਕੇ ਸਵਾਸਾਂ ਨੂੰ ਉੱਪਰ ਲਿਜਾਣਾ, ਕੁੰਭਕ ਤੋਂ ਭਾਵ ਠਹਿਰਾਉਣਾ। ਸ਼ਕਤ ਪ੍ਰਮਾਣ, ਜਿੰਨੀ ਕੁ ਤੁਹਾਡੇ ਅੰਦਰ ਸ਼ਕਤੀ ਹੈ ਉਹਨਾਂ ਕੁ ਚਿਰ ਰੋਕ ਕੇ ਆਪਣੇ ਅੰਦਰ ਰੱਖਣਾ। ਰੀਚੈ ਖੋੜ ਸਮਾਤਰ ਸੂਰਜ ਕਰ, ਪ੍ਰਾਣਾਯਾਮ ਕਨਿਸ਼ਟ ਪਛਾਨ। ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਰੇਚਕ ਕਰਨਾ। ਰੇਚਕ ਹੁੰਦਾ ਉਤਾਰਨਾ। 12 ਵਾਰੀ ਕਹਿ ਕੇ ਓੰ ਉੱਤੇ ਨੂੰ ਚੜਾਉਣੇ ਸਵਾਸ, ਫਿਰ ਉਤਾਰਨੇ ਸੂਰਜ ਦੀ ਸੁਰ ਰਾਹੀਂ। ਉਤਾਰਨ ਵੇਲੇ ਫਿਰ ਜਿਹੜਾ ਹੈ ਇਸ ਤਰ੍ਹਾਂ ਕਹਿਣਾ ਓੰ ਓੰ ਕਰਕੇ 16 ਵਾਰੀ ਉੱਤੇ ਜਿਹੜਾ ਹੈ ਕੁੰਭਕ ਜਿਹੜਾ ਟਿਕਾਉਣਾ ਹੈ ਇਹਨਾਂ ਨੂੰ, ਤੇ ਜਿਹੜਾ ਉਤਾਰਨਾ ਹੈ ਫਿਰ 12 ਵਾਰੀ ਉਤਾਰਨਾ। ਉਤਾਰਨ ਵੇਲੇ ਓੰ ਓੰ ਦਾ ਜਾਪ ਕਰਨਾ। ਇਸ ਤਰ੍ਹਾਂ ਟਿਕਾਉਂਦੇ ਨੇ। ਟਿਕਾਉਣ ਦੇ ਨਾਲ ਅੰਦਰ ਦਸਮ ਦੁਆਰ ਤੱਕ ਜਾਣ ਦੇ ਜਿਹੜੇ ਰਸਤੇ ਨੇ ਉਹ ਜੋਗੀਆਂ ਦੇ ਖੁੱਲ੍ਹਦੇ ਨੇ। ਤਾਂ ਦੱਸਦੇ ਨੇ ਆਪਾਂ ਨੂੰ ਕਿ ਯੋਗ ਜਿਹੜਾ ਹੈ 2 ਤਰ੍ਹਾਂ ਦਾ ਹੈ। ਇੱਕ ਹਠ ਯੋਗ ਹੈ, ਇੱਕ ਸਹਿਜ ਯੋਗ ਹੈ। ਯੋਗ ਤਾਂ ਆਪਾਂ ਵੀ ਕਮਾਉਂਦੇ ਆ। ਆਪਣਾ ਯੋਗ ਗੁਰੂ ਨਾਨਕ ਦੇਵ ਜੀ ਨੇ ਦਿੱਤਾ, ਰਾਜ ਯੋਗ ਆਪਾਂ ਨੂੰ ਬਖਸ਼ਿਸ਼ ਕੀਤਾ। ਗ੍ਰਸਥ ਵਿੱਚ ਰਹਿੰਦੇ ਆ ਯੋਗ ਕਮਾਉਣਾ। ਸੋ ਮਹਾਰਾਜ ਕਹਿੰਦੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਸੋ ਇਸ ਤਰ੍ਹਾਂ ਫਰਮਾਉਂਦੇ ਹਨ ਕਿ ਪਹਿਲਾਂ ਰੇਚਾ ਖੋੜਸ ਮਾਤਰ ਸੂਰਜ ਕਰ। ਹੁਣ ਜਦੋਂ ਉਤਾਰਨਾ ਉਦੋਂ 16 ਵਾਰੀ ਫਿਰ ਓੰ ਓੰ ਕਹਿ ਕੇ ਜਦੋਂ ਉਤਾਰਨਾ ਤਾਂ ਪ੍ਰਾਣਾਯਾਮ ਕਨਿਸ਼ਟ ਪਛਾਣ। ਪਹਿਲਾਂ ਜਿਹੜਾ ਸਾਰਿਆਂ ਨਾਲੋਂ ਘੱਟ ਕਰਨ ਵਾਲੇ ਨੇ, ਕਨਿਸ਼ਟ ਕਹਿੰਦੇ ਜਿਨ੍ਹਾਂ ਨੂੰ, ਉਹਨਾਂ ਨੂੰ ਕਹਿੰਦੇ ਨੇ ਕਨਿਸ਼ਟ ਪ੍ਰਾਣਾਯਾਮ ਹੈ। ਕਿਸੈ ਕਰੈ ਦੁਗਨੀ ਕੈ ਮੱਧਮ, ਤ੍ਰਿਗੁਣੀ ਮਾਤਰ ਸੋਤਮ ਜਾਨ। ਜਿਹੜਾ ਇਹਨਾਂ ਨੂੰ ਹੀ ਦੁੱਗਣੀਆਂ ਕਰ ਦਿੰਦਾ ਹੈ। 12 ਵਾਰੀ ਓੰ ਕਹਿਣ ਨੂੰ 24 ਵਾਰੀ ਕਰ ਦੇਣਾ, ਤੇ ਉੱਤੇ ਠਹਿਰਾਉਣਾ ਜਿਹੜਾ ਹੈ ਉਹ 32 ਵਾਰੀ ਓੰ ਕਹਿਣਾ, ਫਿਰ 32 ਵਾਰੀ ਉਤਾਰਨ ਵਿੱਚ ਕਹਿਣਾ। ਇਹ ਦੁੱਗਣੇ ਵਿੱਚ ਜਿਹੜਾ ਕਰ ਲੈਂਦਾ ਹੈ ਅਭਿਆਸੀ, ਉਹ ਮੱਧਮ ਪ੍ਰਾਣਾਯਾਮੀ ਬਣ ਜਾਂਦਾ ਹੈ, 20 ਕਲਾਸ 'ਚ ਆ ਜਾਂਦਾ ਹੈ। ਇਦੋਂ ਤਿੱਗਣਾ ਕਰ ਦੇਣਾ,
ਜਿਹੜਾ ਇਦੋਂ ਤਿੱਗਣਾ ਕਰ ਦੇਵੇ ਓਂ 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 ਕਰਕੇ ਸਵਾਸ ਚੜਾਈ ਜਾਂਦਾ ਫਿਰ ਠਹਿਰਾਉਂਦਾ ਤਿੱਗਣਾ ਸਮਾਂ ਲਾਉਂਦਾ ਫਿਰ ਤਿੱਗਣੀ ਵਾਰੀ ਵਿੱਚ ਉਸ ਤਰ੍ਹਾਂ ਹੀ ਉਤਾਰਦਾ ਉਹਨੂੰ ਸਾਰਿਆਂ ਨਾਲੋਂ ਉੱਤਮ ਪ੍ਰਾਣਾਯਾਮੀ ਗਿਣਦੇ ਹਨ। ਉੱਠੈ ਬਿਰਤੀ ਇੱਕ ਗ੍ਰਹਿਣ ਕਰੈ ਤੇ ਪ੍ਰਤਿਹਾਰ ਨਾਮ ਪਹਿਚਾਨ। ਇਹਦੇ 'ਚ ਇੱਕ ਪ੍ਰਤਿਹਾਰ ਆਉਂਦਾ ਹੈ। ਇਹ ਜਦੋਂ ਆਪਾਂ 7 ਭੂਮਿਕਾ ਗਿਣਦੇ ਹਾਂ ਪ੍ਰਤਿਹਾਰ ਉਦੋਂ ਵੀ ਆਉਂਦਾ ਹੈ। ਜਦੋਂ ਬਿਰਤੀ ਉੱਠਦੀ ਹੈ ਕਿਸੇ ਪਾਸੇ ਜਾਣ ਨੂੰ ਤੇ ਇਹਨੂੰ ਰੋਕਣਾ, ਕਿਉਂਕਿ ਆਪਣਾ ਮਨ ਤਾਂ ਤੁਰਿਆ ਹੀ ਰਹਿੰਦਾ ਹੈ। ਕਦੇ ਬਿਰਤੀ ਕਿਸੇ ਪਾਸੇ ਉਖੜ ਗਈ, ਕਦੇ ਕਿਸੇ ਪਾਸੇ ਉਖੜ ਗਈ। 5 ਪ੍ਰਕਾਰ ਨਾਲ ਬਿਰਤੀ ਉਖੜਦੀ ਹੈ। ਪ੍ਰਮਾਣ, ਫਿਰ ਵਿਪਰਜੇ, ਨਿੰਦਰਾ, ਵਿਕਲਪ, ਸਿਮਰਤੀ। ਪ੍ਰਮਾਣ 3 ਤਰ੍ਹਾਂ ਦੇ ਵੰਡੇ ਜਾਂਦੇ ਨੇ ਹਿੱਸੇ ਪ੍ਰਮਾਣ ਦੇ। ਪ੍ਰਮਾਣ ਸਾਹਮਣੇ ਅੱਖਾਂ ਨਾਲ ਜਿਹੜੀ ਚੀਜ਼ ਦਿਖਦੀ ਹੈ, ਕਥਾ ਸੁਣਦਿਆਂ ਐਵੇਂ ਖਿਆਲ ਚਲਿਆ ਗਿਆ, ਮਾਨੋ ਕਿ ਮਹਾਰਾਜ ਦੇ ਰਮਾਲੇ 'ਚ ਹੀ ਖਿਆਲ ਚਲਿਆ ਗਿਆ ਜਾਂ ਗੁਲਦਸਤੇ 'ਚ ਖਿਆਲ ਚਲਿਆ ਗਿਆ। ਮਨ ਨੇ ਉੱਥੋਂ ਹੋਰ ਹੀ ਕੁਝ ਸ਼ੁਰੂ ਕਰ ਦੇਣਾ ਵੀ ਇਹਦੇ ਨਾਲ ਦਾ ਗਮਲਾ ਮੈਂ ਕਿਤੇ ਦੇਖਿਆ ਸੀ, ਬਸ ਉਲਝ ਗਿਆ। ਕਥਾ ਤਾਂ ਗਈ ਭੁੱਲ, ਕਿੱਥੇ ਦੇਖਿਆ ਸੀ, ਕਿੰਨੇ ਦਾ ਆਇਆ ਸੀ, ਪਤਾ ਨਹੀਂ ਅਸੀਂ ਖਰੀਦਿਆ ਸੀ, ਹੋਰ ਹੀ ਕਹਾਣੀ ਬਣਾ ਲੈਂਦਾ ਮਨ। ਜਾਂ ਫਿਰ ਕੰਨਾਂ ਨਾਲ ਖੜਕਾ ਸੁਣਨਾ, ਪੱਥਰ ਵਾਲੀ ਮਸ਼ੀਨ ਚੱਲਦੀ ਜਿਵੇਂ, ਫਿਰ ਯਾਦ ਆਉਣ ਲੱਗ ਜਾਂਦਾ ਵੀ ਉੱਥੇ ਫਲਾਣਾ ਦਾ ਪੱਥਰ ਲੱਗਦਾ ਸੀ, ਐਂ ਸੀ ਆਉਂ ਸੀ। ਇਹ ਵੀ ਉਧੇੜ ਬੁਣ ਸ਼ੁਰੂ ਹੋ ਗਈ ਮਨ ਦੀ। ਉਹ ਕਥਾ ਵਿੱਚ ਹੀ ਰਹਿ ਗਈ ਆਪਣੀ, ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਕਿੱਧਰ ਨੂੰ ਮਨ ਨਿਕਲ ਗਿਆ। ਜਾਂ ਖੁਸ਼ਬੂ ਹੁੰਦੀ ਹੈ ਜਿਹੜੀ, ਜੇ ਕੋਈ ਖੁਸ਼ਬੂ ਆ ਗਈ, ਖੁਸ਼ਬੂ ਰਾਹੀਂ ਮਨ ਖਿੰਡ ਜਾਂਦਾ ਹੈ। ਇਹ ਖੁਸ਼ਬੂ ਕਾਹਦੀ ਹੈ, ਬਸ ਇੱਧਰ ਨੂੰ ਮਨ ਚੱਲ ਪਿਆ। ਪ੍ਰਮਾਣ ਹੁੰਦਾ ਦਿਖਣ ਵਾਲੀਆਂ ਚੀਜ਼ਾਂ 'ਚ ਮਨ ਨੇ ਵਿਅਸਤ ਹੋ ਜਾਣਾ। ਜਾਂ ਕਿਤੇ ਧੂਆਂ ਨਿਕਲਦਾ ਦਿਖਿਆ, ਲੈ ਵੀ ਅੱਗ ਲੱਗ ਗਈ। ਇਸ ਤਰ੍ਹਾਂ ਕਰਕੇ ਕਹਿੰਦੇ ਨੇ ਇਹ ਪ੍ਰਮਾਣ ਬਿਰਤੀ ਹੈ। ਬਿਰਤੀ ਉੱਠਦਿਆਂ ਹੀ ਦੱਬ ਲੈਣੀ। ਇਸੇ ਗੱਲੋਂ ਆਪਾਂ ਡੰਡਾ ਲੈ ਕੇ ਖੜਨਾ ਸੁਚੇਤ ਹੋ ਕੇ, ਕਿਉਂਕਿ ਮਨ ਨੂੰ ਨਿਕਲ ਨਹੀਂ ਦੇਣਾ ਕਿਸੇ ਪਾਸੇ। ਆਪਾਂ ਨਹੀਂ ਦੇਖਣਾ ਸਾਹਮਣੇ ਕੀ ਹੋ ਰਿਹਾ। ਅੱਖਾਂ ਨੀਵੀਆਂ ਰੱਖੋ ਆਪਣੀਆਂ, ਸੌਖੇ ਰਹੋਗੇ। ਇਸੇ ਪ੍ਰਕਾਰ ਕੰਨਾਂ ਨਾਲ ਜਿਹੜੀ ਕੋਈ ਆਵਾਜ਼ ਸੁਣਦੀ ਆ ਉਹ ਨਾ ਸੁਣੋ, ਕਥਾ ਸੁਣੋ। ਖੁਸ਼ਬੂ ਨੂੰ ਨਾ ਸੁੰਘੋ ਜ਼ਿਆਦਾ। ਆਉਂਦੀ ਹੋਊਗੀ ਖੁਸ਼ਬੂ, ਪਰ ਆਹ ਮਹਿੰਗੀ ਚੀਜ਼ ਹੈ ਬਹੁਤ, ਕਿੰਨੀ ਕੀਮਤੀ ਕਥਾ ਹੋ ਰਹੀ ਹੈ। ਇਸ ਤਰ੍ਹਾਂ ਪ੍ਰਮਾਣ ਦਿਖਦੀਆਂ ਚੀਜ਼ਾਂ 'ਚ ਮਨ ਨੇ ਪਰਚਣਾ। ਵਿਪਰਜੇ ਪੁੱਠੇ ਖਿਆਲ ਆਉਣੇ, ਨੀਂਦ ਆਉਣੀ, ਪਿਛਲੀਆਂ ਗੱਲਾਂ ਯਾਦ ਆਉਣੀਆਂ। ਵਿਕਲਪ ਹੁੰਦਾ ਸੇਵਾ ਥੋੜ੍ਹੀ ਮੰਗਣ ਬਹੁਤਾ। ਜਪਜੀ ਸਾਹਿਬ ਦਾ ਖਾਨੀ ਮਸਾਂ ਪਾਠ ਇੱਕ ਪੂਰਾ ਕੀਤਾ ਕਿ ਨਹੀਂ, ਕਹਿੰਦਾ ਜੇ ਭਾਈ ਗੋਪਾਲੇ ਵਾਂਗੂ ਮੈਨੂੰ ਵੀ ਐ ਮਿਲ ਜੇ। ਭਾਈ ਗੋਪਾਲਾ ਹੀ ਸਿੱਧਾ ਬਣਨ ਨੂੰ ਫਿਰਦੇ ਇੱਕ ਜਪਜੀ ਸਾਹਿਬ ਤੇ। ਇਹ 5 ਪ੍ਰਕਾਰ ਨਾਲ ਆਪਣੀ ਬਿਰਤੀ ਖਿੰਡਦੀ ਹੈ। ਤੋ ਕਹਿੰਦੇ ਜਦੋਂ ਹੀ ਬਿਰਤੀ ਤਾਂ ਨੂੰ ਉੱਠੇ ਤਾਂ ਖਿੰਡੇ ਤਾਂ ਦੌੜੇ ਤਾਂ ਉਸੇ ਟਾਈਮ ਦੱਬ ਲੈਣਾ। ਇਹਨੂੰ ਪ੍ਰਤਿਹਾਰ ਕਹਿੰਦੇ ਨੇ। ਇਹਦਾ ਵੀ ਅਭਿਆਸ ਕਰਨਾ ਪੈਂਦਾ ਨਾਲ ਨਾਲ। ਉਹ ਜੋ ਆਪ ਜੀ ਨੂੰ ਕਈ ਵਾਰ ਸੰਗਤ ਨੂੰ ਦੱਸਿਆ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨਾ ਘਰੇ ਬਹਿ ਕੇ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਦੋਂ ਇੱਥੇ ਕ ਆਇਆ ਉਦੋਂ ਕੋਈ ਹੋਰ ਧਿਆਨ ਆ ਗਿਆ। ਉਹ ਬਾਹਰ ਕਿਸੇ ਨੇ ਐਵੇਂ ਨਿਆਣੇ ਨੇ ਚੀਕ ਮਾਰਤੀ, ਉਧਰ ਧਿਆਨ ਚਲਿਆ ਗਿਆ। ਪੜੀ ਤਾਂ ਗਿਆ ਨਾਲ ਨਾਲ, ਪਰ ਮਾਈਂਡ ਕਿਤੇ ਹੋਰ ਹੈ। ਉਦੋਂ ਹੀ ਪਤਾ ਲੱਗਿਆ ਜਦੋਂ ਮੁੱਲ ਗੁਣ ਮੁੱਲ ਵਾ ਪਾਰ ਤੇ ਬਿਰਤੀ ਪਹੁੰਚੀ। ਉਹ ਪਾਠ ਤਾਂ ਇੱਥੇ ਪਹੁੰਚ ਗਿਆ। ਫਿਰ ਕੋਈ ਗੱਲ ਯਾਦ ਆ ਗਈ ਵੀ ਅੱਜ ਬਿਜਲੀ ਦੇ ਬਿੱਲ ਦੀ ਅਖੀਰਲੀ ਤਰੀਕ ਆ, ਜੇ ਉੱਥੇ ਨਾ ਭਰਿਆ ਫਿਰ ਉੱਤੇ ਹੋਰ ਪੈਸੇ ਪੈ ਜਾਣਗੇ। ਫਿਰ ਜਿੰਨੀ ਨਾਮ ਤੇ ਆਇਆ ਤੇ ਆ ਗਿਆ। ਇਹ ਬਿਰਤੀ ਨੂੰ ਹਟਾਉਣਾ ਹੈ। ਇਸੇ ਗੱਲੋਂ ਹੀ ਆਪਾਂ ਨੁਕਸਾਨ ਖਾਂਦੇ ਹਾਂ। ਫਿਰ ਤੁਸੀਂ ਕਹਿੰਦੇ ਮੈਂ ਜਪਜੀ ਸਾਹਿਬ ਬੜਾ ਪੜ੍ਹਦਾ। ਕਾਹਦਾ ਪੜ੍ਹਦੇ ਹੋ ਤੁਸੀਂ? ਤੁਸੀਂ ਤਾਂ ਬਿਜਲੀ ਦਾ ਬਿੱਲ ਭਰਦੇ ਫਿਰਦੇ ਹੋ। ਕਦੇ ਟੈਲੀਫੋਨ ਦਾ ਬਿੱਲ ਭਰਨਾ, ਕਦੇ ਬੱਚਿਆਂ ਦੀਆਂ ਚੀਕਾਂ ਸੁਣਨੀਆਂ, ਕਦੇ ਟੀਵੀ ਦੀ ਆਵਾਜ਼ ਆ ਗਈ, ਕਦੇ ਖੁਸ਼ਬੂ ਆ ਗਈ। ਜਿੰਨਾ ਪਾਠ ਹੈ ਕੰਨਾਂ ਨਾਲ ਸੁਣਨਾ। ਗਾ ਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਓ। ਜਿੱਦਣ ਤੁਸੀਂ ਪੂਰਾ ਪਾਠ ਆਪਣੇ ਕੰਨਾਂ ਨਾਲ ਆਪਣੀ ਸੁਰਤੀ ਨਾਲ ਸੁਣ ਲਿਆ, ਐਨ ਟਿਕਾ ਕੇ, ਮਜਾਲ ਹੈ ਕਿ ਮਨ ਕਿਸੇ ਪਾਸੇ ਚਲਿਆ ਜਾਵੇ। ਮਨ ਤਾਂ ਜਾਂਦਾ ਹੀ ਨਹੀਂ। ਅਸੀਂ ਖੁਦ ਮਨ ਦੀਆਂ ਵਾਂਗਾਂ ਢਿੱਲੀਆਂ ਛੱਡਦੇ ਹਾਂ ਜਦੋਂ ਅਸੀਂ ਪਾਠ ਦੇ ਵਿੱਚੋਂ ਆਪਣੀ ਬਿਰਤੀ ਨੂੰ ਉਥਾਨ ਕਰ ਦਿੰਦੇ ਹਾਂ। ਜਿੰਨੀ ਵੀ ਬਾਣੀ ਪੜ੍ਹਨੀ ਹੈ, ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਇੱਕ ਟੱਕ ਸੁਣ ਕੇ ਕਰੇ, ਬਿਰਤੀ ਨੂੰ ਟਿਕਾ ਕੇ,
ਬਿਰਤੀ ਹਿੱਲਣ ਨਾ ਦੇਵੇ। ਜੇ ਪਤਾ ਲੱਗ ਜੇ ਥਾਪਿਆਂ ਨਾਲ ਜਾਏ ਕੀਤਾ ਨਾ ਹੋਏ ਦੀ ਪੌੜੀ ਤੇ ਜਾ ਕੇ ਅਕਲ ਜੀ ਆਈ ਪਿਓ ਵਿਚਲੀਆਂ ਪੌੜੀਆਂ ਮੈਂ ਸੁਣੀਆਂ ਨਹੀਂ, ਉੱਥੋਂ ਹੀ ਪਿੱਛੇ ਮੋੜ ਲਓ ਮਨ ਨੂੰ। ਸੋਚਿਆ ਸੋਚਣਾ ਹੋਵੇ ਤੋਂ ਵੀ ਤੂੰ ਸੁਣਿਆ ਨਹੀਂ। ਜਦੋਂ ਜਦੋਂ ਮਨ ਨੂੰ ਤੁਸੀਂ ਸਜ਼ਾ ਦਿਓਗੇ ਵੀ ਤੂੰ ਇਹਨਾਂ ਪਾਠ ਸੁਣਿਆ ਨਹੀਂ, ਦੁਬਾਰਾ ਕਰਾਉਣਾ ਤੈਨੂੰ, ਮਨ ਚੰਗਾ ਭਲਾ ਸਿੱਧਾ ਹੋ ਜਾਂਦਾ। ਇਹ ਕਹਿੰਦਾ ਬਾਬਾ ਦੁਬਾਰਾ ਫੇਰ ਕਰਨ ਲਾਊਗਾ, ਇਸ ਕਰਕੇ ਪਹਿਲਾਂ ਹੀ ਸੁਣ ਲਈਏ ਚੰਗਾ। ਇਸ ਤਰ੍ਹਾਂ ਮਨ ਨੂੰ ਜਿਹੜਾ ਨਾ ਹਿੱਚਾ ਤਾਂ ਪ੍ਰੇਮ ਕੇ ਚਾਵਕ ਮਾਰੋ ਅੜੀਅਲ ਘੋੜੇ ਵਾਂਗੂ ਠੀਕ ਕਰਨਾ ਪੈਂਦਾ। ਬਾਰ-ਬਾਰ ਇਹਨੂੰ ਪਾਠ ਸੁਣਾ ਕੇ ਉੜਦੀ ਹੋਈ ਬਿਰਤੀ ਨੂੰ ਦਬਾ ਕੇ ਹੀ ਮਨ ਨੂੰ ਟਿਕਾਇਆ ਜਾ ਸਕਦਾ ਹੈ। ਬਿਦ ਹਰ ਹਰ ਕੀ ਕਹਿ ਪੰਜ ਤਤ ਕੇ ਕਰਨ ਧਾਰਣਾ ਇਸੈ ਬਖਾਂ। ਹੁਣ ਇੱਕ ਧਾਰਨਾ ਹੁੰਦੀ ਹੈ, ਧਿਆਨ, ਧਾਰਨਾ, ਸਮਾਧੀ, ਇਹ ਸਾਰੀਆਂ ਚੀਜ਼ਾਂ ਗਿਣੀਆਂ ਜਾਂਦੀਆਂ ਯੋਗ ਦੇ ਅੰਦਰ ਵੀ ਹੈ, ਗੁਰਮਤਿ ਅਨੁਸਾਰ ਵੀ ਹੈ। ਉਹ ਇੱਕ ਧਾਰਨਾ ਹੈ। ਪੰਜਾਂ ਤੱਤਾਂ ਦੀ ਧਾਰਨਾ ਆਪਾਂ ਪਹਿਲਾਂ ਲੈ ਲੈਂਦੇ ਹਾਂ। ਪੰਜਾਂ ਤੱਤਾਂ ਦੀ ਧਾਰਨਾ ਵਿੱਚ ਜਲ ਵਿੱਚੋਂ ਸ਼ੀਤਲਤਾ ਲੈਣੀ, ਪੌਣ ਵਿੱਚੋਂ ਨਿਰਲੇਪਤਾ ਲੈਣੀ, ਅਗਨੀ ਵਿੱਚੋਂ ਪ੍ਰਕਾਸ਼, ਇਹਨੂੰ ਕਹਿੰਦੇ ਧਾਰਨਾ। ਸੋ ਇਸੇ ਪ੍ਰਕਾਰ ਜਿਹੜਾ ਹੈ ਜਾਂ ਹਿੰਦੂ ਮਤ ਮੁਤਾਬਕ ਉਹ ਕਰਦੇ ਨੇ ਜਾਂ ਜੋਗੀ ਲੋਕ ਕਰਦੇ ਨੇ, ਬ੍ਰਹਮਾ ਦਾ ਜਾਂ ਸ਼ਿਵ ਜੀ ਦਾ ਜਾਂ ਵਿਸ਼ਨੂੰ ਦਾ, ਉਹਨਾਂ ਦਾ ਧਿਆਨ ਕਰਕੇ ਉਹਨਾਂ ਵਿੱਚੋਂ ਗੁਣ ਖਿੱਚਣੇ, ਉਹਨਾਂ ਦੇ ਗੁਣ ਆਪਣੇ ਵਿੱਚ ਲੈ ਕੇ ਆਉਣੇ, ਆਪਣੀਆਂ ਕਮੀਆਂ ਦੇਖਣੀਆਂ, ਉਹਨਾਂ ਦੇ ਗੁਣ ਦੇਖਣੇ, ਉਹਨਾਂ ਦੇ ਗੁਣਾਂ ਨੂੰ ਆਪਣੇ 'ਚ ਗ੍ਰਹਿਣ ਕਰਨਾ। ਚੀਜ਼ ਇੱਕੋ ਹੀ ਹੈ ਸਾਰੇ ਧਰਮਾਂ 'ਚ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਵੱਲ ਦੇਖਣਾ, ਜਦੋਂ ਵੀ ਇਉਂ ਧਿਆਨ ਕਰਨਾ ਕਿ ਰਹਿਤ ਕੀ ਕਹਿੰਦੀ ਹੈ, ਮਰਿਆਦਾ ਵਿੱਚ ਕੀ ਲਿਖਿਆ ਹੋਇਆ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਹੋਇਆ ਹੈ, ਇਉਂ ਧਾਰਨਾ ਬਣਾਉਣੀ। ਪੰਜਾਂ ਪਿਆਰਿਆਂ ਨੇ ਕੀ ਕਿਹਾ ਮੈਨੂੰ, ਗੁਰੂ ਸਾਹਿਬ ਦੀ ਮਰਿਆਦਾ ਕੀ ਹੈ, ਇਉਂ ਧਾਰਨਾ ਬਣਾ ਕੇ ਮਨ ਦੇ ਅੰਦਰ ਜਿਹੜੇ ਔਗਣ ਨੇ ਇਹਨਾਂ ਨੂੰ ਬਾਹਰ ਕੱਢਣਾ ਅਤੇ ਗੁਣਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ, ਇਹਨੂੰ ਕਹਿੰਦੇ ਧਾਰਨਾ। ਏਕ ਬਿਖੈ ਬ੍ਰਿਤੀ ਟਿਕੈ ਧਿਆਨ ਸੋ ਲਖੋ ਸਮਾਧੀ ਦੋਏ ਪ੍ਰਕਾਰ। ਜਦੋਂ ਇੱਕ 'ਚ ਬਿਰਤੀ ਟਿਕ ਜਾਂਦੀ ਹੈ ਉਹਨੂੰ ਧਿਆਨ ਕਹਿੰਦੇ ਨੇ। ਇੱਕ ਦੇ ਵਿੱਚ ਬਿਰਤੀ ਟੇਕੀ, ਕਿਤੇ ਵੀ ਟੇਕੀ ਇਹਨਾਂ 'ਚ। ਗੁਰਸਿੱਖ ਦੀ ਬਿਰਤੀ ਕਿੱਥੇ ਟਿਕਦੀ ਹੈ? ਇੱਕ ਓੰਕਾਰ ਵਿੱਚ, ਅਕਾਲ ਪੁਰਖ ਵਾਹਿਗੁਰੂ ਵਿੱਚ। ਸੋ ਇਹਨੂੰ ਕਹਿੰਦੇ ਨੇ ਮੇਰਾ ਧਿਆਨ ਲੱਗ ਗਿਆ। ਧਿਆਨ ਲੱਗਣਾ ਬਹੁਤ ਔਖਾ ਹੁੰਦਾ ਹੈ। ਆਪਣਾ ਧਿਆਨ ਲੱਗਦਾ ਤਾਂ ਬਹੁਤ ਹੈ, ਪਰ ਪੁੱਠੀਆਂ ਚੀਜ਼ਾਂ 'ਚ ਲੱਗਦਾ, ਸਿੱਧੇ ਪਾਸੇ ਧਿਆਨ ਘੱਟ ਲੱਗਦਾ। ਹੁਣ ਇਸ ਪ੍ਰਕਾਰ ਨਾਲ ਕਹਿੰਦੇ ਸੋ ਲਖੋ, ਧਿਆਨ ਹੋ ਗਿਆ। ਹੁਣ ਹੈਗੀ ਆ ਜਦੋਂ ਸਮਾਧੀ ਲੱਗਦੀ ਹੈ, ਜੇ 3 ਮਿੰਟ ਧਿਆਨ ਲੱਗ ਜੇ ਇਹਨੂੰ ਸਮਾਧੀ ਕਹਿੰਦੇ ਨੇ। 6 ਮਿੰਟ ਲੱਗ ਜੇ ਫਿਰ ਹੋਰ ਜ਼ਿਆਦਾ, 12 ਮਿੰਟ ਲੱਗ ਜੇ ਫਿਰ ਸਮਾਧੀ ਬਣ। ਧਿਆਨ, ਧਾਰਨਾ, ਸਮਾਧੀ, ਇਹ 3 ਚੀਜ਼ਾਂ ਨੇ, ਹੈ ਇੱਕੋ ਹੀ ਚੀਜ਼ ਹੈ ਇਹ। ਉਹ ਜਿੰਨਾ ਸਮਾਂ ਘਟ ਜਾਂਦਾ ਉਹਨਾਂ ਨਾਮ ਬਦਲ ਜਾਂਦਾ। ਤੋ ਕਹਿੰਦੇ ਜੇ ਇਸ ਪ੍ਰਕਾਰ 2 ਪ੍ਰਕਾਰ ਦੀ ਸਮਾਧੀ ਜੋ ਪਹਿਲਾਂ ਵੀ ਸੁਣ ਚੁੱਕੇ ਆ ਆਪਾਂ। ਇੱਕ ਸਾ ਵਿਕਲਪ, ਦੁਤੀ ਨਿਰਵਿਕਲਪ, ਅੰਗ ਜੋਗ ਕੇ ਅਸ਼ਟ ਵਿਚਾਰ। ਕਹਿੰਦੇ ਇਹ ਯੋਗ ਦੇ 8 ਅੰਗ ਨੇ। ਇੱਕ ਤਾਂ ਸਾ ਵਿਕਲਪ ਸਮਾਧੀ ਹੈ, ਇੱਕ ਨਿਰਵਿਕਲਪ ਸਮਾਧੀ ਹੈ। ਇਹ ਸਮਾਧੀਆਂ ਦਾ ਜ਼ਿਕਰ ਆਪਾਂ ਪਿੱਛੇ ਸੁਣ ਵੀ ਆਏ ਹਾਂ ਕਿ ਸਾ ਵਿਕਲਪ ਕਿਹਨੂੰ ਕਹਿੰਦੇ ਨੇ? ਜਿਹਦੇ 'ਚ ਸੰਕਲਪ ਬਣਿਆ ਰਹੇ, ਕੁਛ ਨਾ ਕੁਛ ਮੇਰਾ, ਉਹਦਾ, ਇਹਦਾ, ਇਸ ਤਰ੍ਹਾਂ ਸੰਕਲਪ ਬਣ ਜਾਂਦਾ। ਧਿਆਤਾ ਧਿਆਨ ਤੇ, ਗਿਆਤਾ ਗਿਆਨ ਗਏ। ਇੱਕ ਹੁੰਦਾ ਨਿਰਵਿਕਲਪ ਸਮਾਧੀ, ਜਿਹਦੇ 'ਚ ਕੋਈ ਨਾ ਧਿਆਤਾ ਧਿਆਨ ਤੇ, ਨਾ ਗਿਆਤਾ ਗਿਆਨ ਗਏ, ਜਿਹਦੇ 'ਚ ਤ੍ਰਿਪੁਟੀ ਖਤਮ ਹੋ ਜਾਂਦੀ ਹੈ। ਸਿਰਫ ਉੱਥੇ ਇੱਕ ਬ੍ਰਹਮ ਦਾ ਹੀ ਗਿਆਨ ਹੁੰਦਾ ਹੈ। ਸ਼ਰੋਤਰ ਤੁਚਾ ਚਖ ਜੀਰੋ ਨਾਸਾ, ਗਿਆਨ ਇੰਦਰੀਏ ਪੰਜ ਉਚਾਰ। ਇਹ 5 ਗਿਆਨ ਇੰਦਰੀਆਂ ਨੇ। ਇੱਕ ਤਾਂ ਸ਼ਰੋਤ ਹੁੰਦੇ ਨੇ ਆਪਣੇ ਕੰਨ, ਤਵਚਾ ਹੁੰਦੀ ਆਪਣੀ ਚਮੜੀ, ਚਕਸ਼ੂ ਹੁੰਦੇ ਨੇ ਅੱਖਾਂ, ਜੀਭ ਹੁੰਦੀ ਆਪਣੀ, ਨਾਸਾਂ ਨੇ। ਇਹ 5 ਗਿਆਨ ਇੰਦਰੀ ਨੇ। ਕੰਨ ਸੁਣਨ ਦਾ ਹੀ ਕੰਮ ਕਰਦੇ ਨੇ, ਕੋਈ ਕੰਮ ਦੂਜਾ ਨਹੀਂ ਕਰਦੇ, ਕਰਮ ਨਹੀਂ ਕਰਦੇ। ਚਮੜੀ ਜਿਹੜਾ ਹੈ ਇਹ ਸਪਰਸ਼ ਨੂੰ ਅਨੁਭਵ ਕਰਦੀ, ਤੱਤਾ ਠੰਡਾ ਦੱਸਦੀ ਹੈ। ਅੱਖਾਂ ਵੀ ਗਿਆਨ ਹੀ ਦਿੰਦੀਆਂ ਨੇ, ਜੀਭ ਵੀ ਗਿਆਨ, ਖੱਟਾ ਮਿੱਠਾ ਕੌੜਾ ਕਸੈਲਾ। ਨੱਕ ਸੁੰਘ ਕੇ ਦੱਸਦਾ। ਇਹ ਜਿਹੜਾ ਹੈ ਆਪਣੇ 5 ਗਿਆਨ ਇੰਦਰੀਆਂ ਹਨ। ਵਾਕ ਪਾਨ ਪਦ ਗੁਦਾ ਉਪਸਥਨ
ਪੰਜ ਕਰਮ ਇੰਦਰੇ ਉਰ ਧਾਰ। ਵਾਕਿਆ ਬੋਲਣਾ, ਪਹਿਲਾਂ ਜੀਭ ਆਈ ਸੀ, ਪਹਿਲਾਂ ਵੀ ਆਈ ਸੀ ਜੀਹ, ਉੱਥੇ ਖੱਟਾ ਮਿੱਠਾ ਦੱਸਣ ਲਈ ਗਿਆਨ ਇੰਦਰ ਦਾ ਕੰਮ ਕਰਦੀ ਹੈ, ਕਿਉਂਕਿ ਆਪਣੀ ਜ਼ੁਬਾਨ ਹੀ ਦੋ ਇੰਦਰੇ ਨੇ। ਇਹ ਖੱਟਾ ਮਿੱਠਾ ਵੀ ਦੱਸਦੀ ਆ, ਕੌੜਾ ਕਸੈਲਾ ਦੱਸਦੀ ਹੈ, ਲੂਣਾ ਸਲੂਣਾ ਮਿਰਚਾਂ ਨੇ, ਇਹ ਗੱਲਾਂ ਜ਼ਬਾਨ ਦੱਸ ਕੇ ਹੁਣ ਇਹ ਜਿਹੜਾ ਕਰਮ ਇੰਦਰਾ ਉਹਦੇ ਵਿੱਚ ਵੀ ਵਰਤਦੀ ਹੈ। ਵਾਕ ਜਿਹੜੀ ਹੈ, ਵਾਕ ਬੋਲਣਾ। ਫਿਰ ਇਸੇ ਪ੍ਰਕਾਰ ਜਿਹੜੇ ਹੱਥ ਨੇ, ਇਹ ਵੀ ਸਾਡਾ ਕਰਮ ਇੰਦਰਾ ਹੈ। ਪਦ ਜਿਹੜੇ ਪੈਰ ਨੇ, ਸੋ ਇਸੇ ਪ੍ਰਕਾਰ ਗੁਦਾ ਉਪਸਥਨ ਤੋਂ ਭਾਵ ਸੋ ਜਿਹੜੀ ਕਿਰਿਆ ਕਰਦੇ ਆ, ਪਿਸ਼ਾਬ ਆਦਿਕ ਦੀ ਕਿਰਿਆ ਹੈ, ਗੰਦਗੀ ਆਦਿਕ ਦੀ ਕਿਰਿਆ ਹੈ। ਇਹ ਪੰਜ ਚੀਜ਼ਾਂ ਜਿਹੜੀਆਂ ਨੇ ਇਹ ਗਿਆਨ ਤੋਂ ਛੱਡ ਕਰਮ ਇੰਦਰੇ ਕਹਿਲਾਉਂਦੀਆਂ। ਕਿਉਂ ਪੰਜ ਆਪਣੇ ਕਰਮ ਇੰਦਰੇ ਤੇ ਪੰਜ ਗਿਆਨ ਇੰਦਰੇ, ਇਹਨਾਂ ਦੀ ਸੋਝੀ ਹੋਣੀ ਚਾਹੀਦੀ ਹੈ। ਸ਼ਬਦ ਸਪਰਸ ਰੂਪ ਰਸ ਗੰਧਿਆਂ ਵਿਖੇ ਪੰਜ ਗਿਆਨ ਇੰਦਰੀ ਕੇਰ। ਗਿਆਨ ਇੰਦਰੀਆਂ ਦੇ ਕਰਮ ਜਿਹੜੇ ਨੇ ਉਹ ਕਿਹੜੇ ਨੇ? ਸ਼ਬਦ, ਕੰਨਾਂ ਨਾਲ ਸੁਣਨਾ, ਪਹਿਲਾਂ ਉਹ ਸਰੋਤ ਉੱਪਰ ਲਿਖਿਆ ਹੋਇਆ, ਕਿਉਂਕਿ ਹਰੇਕ ਬੰਦਾ ਜਿਹੜਾ ਹੈ ਉਹ ਸ਼ਰਵਣ ਕਰਦਾ ਕੁਛ ਨਾ ਕੁਛ ਮਾੜਾ ਅੱਖਰ। ਸਪਰਸ਼ ਕਰਦੀ ਸਾਡੀ ਤਵਚਾ, ਤੇ ਚਕਸ਼ੂ ਅੱਖਾਂ ਜਿਹੜੀਆਂ ਨੇ ਰੂਪ ਦੇਖਦੀਆਂ, ਅੱਖੀਂ ਸੂਤਕ ਵੇਖਣਾ, ਪਰਤਰੈ ਪਰਤ ਅਨਰੂਪ, ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ, ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਹੇ। ਫਿਰ ਸਾਡੀਆਂ ਅੱਖਾਂ ਰੂਪ ਦੇਖਦੀਆਂ ਤੇ ਫਿਰ ਜੀਭ ਰਸ ਲੈਂਦੀ ਆ। ਨੱਕ ਜਿਹੜਾ ਹੈ ਉਹ ਸੁੰਘਦਾ ਹੈ, ਸੁਗੰਧੀ ਦੁਰਗੰਧੀ ਦਾ ਗਿਆਨ ਦਿੰਦਾ ਹੈ। ਇਸ ਤਰ੍ਹਾਂ ਇਹ ਸਾਡੇ ਜਿਹੜੇ ਨੇ ਨਾ ਇਹ ਪੰਜ ਵਿਸ਼ੇ ਨੇ, ਇਹਨਾਂ ਪੰਜ ਜਿਹੜੇ ਗਿਆਨ ਇੰਦਰੀਆਂ ਦੇ। ਇੱਥੇ ਉਹੀ ਚੀਜ਼ ਵਾਪਸ ਆਈ ਦੁਬਾਰਾ, ਇਹ ਜਿਹੜਾ ਆਪਾਂ ਸੁਣਿਆ ਸੀ ਨਾ 14 ਜਿਹੜੀਆਂ ਆਪਣੀਆਂ ਕੁੱਲ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਮਨ ਬੁੱਧ ਚਿੱਤ ਹੰਕਾਰ, ਇਹ 14 ਜਾਣੇ ਗਿਣੇ ਸਨ। 14 ਹੀ ਇਹਨਾਂ ਦੇ ਦੇਵਤੇ ਗਿਣੇ ਸਨ, 14 ਹੀ ਇਹਨਾਂ ਦੇ ਵਿਸ਼ੇ ਗਿਣੇ ਸਨ। ਇੱਥੇ ਉਹ ਚੀਜ਼ ਦੱਸਦੇ ਨੇ, ਕਹਿੰਦੇ ਇਹਨਾਂ ਪੰਜਾਂ ਦੇ ਪੰਜ ਵਿਸ਼ੇ ਤਾਂ ਇਹ ਤੁਹਾਨੂੰ ਗਿਆਨ ਇੰਦਰੀਆਂ ਦੇ ਦੱਸੇ ਹਨ। ਕਹਿਣ ਗ੍ਰਹਿਣ ਗਤ ਆਨੰਦ ਵਿਸਰਗੰ ਕਰਮੇਂਦਰੀ ਕੇ ਵਿਖੇ ਬਡੇਰ। ਹੁਣ ਕਰਮ ਇੰਦਰੀਆਂ ਦੇ ਜਿਹੜੇ ਵਿਸ਼ੇ ਨੇ ਉਹ ਕਿਹੜੇ ਕਿਹੜੇ ਨੇ? ਕਹਿਣਾ, ਜੋ ਕਹਿਣਾ ਹੈ ਬੋਲ ਕੇ ਜ਼ੁਬਾਨ ਦੇ ਨਾਲ। ਗ੍ਰਹਿਣ ਕਰਨਾ, ਕੋਈ ਚੀਜ਼ ਕਿਸੇ ਤੋਂ ਲੈਣੀ ਹੱਥਾਂ ਨਾਲ। ਗਤ ਜਿਹੜਾ ਚੱਲਣਾ ਹੈ ਚਾਲ ਪੈਰਾਂ ਦੇ ਨਾਲ। ਆਨੰਦ ਇੱਥੇ ਆ ਗਿਆ ਵਿਸ਼ਿਆਂ ਦਾ ਆਨੰਦ। ਵਿਸਰਗੰ ਹੁੰਦਾ ਗੰਦਗੀ ਦਾ ਤਿਆਗਣਾ। ਇਸ ਪ੍ਰਕਾਰ ਮਲ ਤਿਆਗ ਕਰਨਾ, ਇਹ ਕਰਮੇਂਦਰੀ ਕੇ ਵਿਖਿਆ ਬਡੇਰ। ਇਹ ਕਰਮ ਇੰਦਰੀਆਂ ਦੇ ਵਿਸ਼ੇ ਜਾਣਨਾ ਕਰੋ ਪੰਜਾਂ ਦੇ। ਮਨ ਬੁੱਧ ਚਿੱਤ ਹੰਕਾਰ ਚਤੁਸ਼ਟੰ ਅੰਤਸ਼ਕਰਨ ਰੂਪ ਜੇਰ। ਇਹ ਅੰਤਸ਼ਕਰਨ ਦਾ ਰੂਪ ਹੈ। ਮਨ ਬੁੱਧ ਚਿੱਤ ਹੰਕਾਰ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਅਥਵਾ ਇਹ ਕਹਿੰਦੇ ਨੇ ਇਹ ਉਹੀ ਚੋਲੜਾ ਹੈ ਇਹ ਚਾਰਾਂ ਦਾ। ਅਥਵਾ ਇਹ ਵੀ ਕਹਿੰਦੇ ਨੇ ਕਿ ਭਾਂਡਾ ਧੋਏ ਬੈਸ ਧੂਪ ਦੇਵੋ ਤਾਉ ਦੁੱਧੈ ਕਉ ਜਾਵੋ, ਇਹ ਉਹੀ ਭਾਂਡਾ ਹੈ। ਇਹ ਭਾਂਡਾ ਸਾਡਾ ਖਰਾਬ ਹੀ ਰਹਿੰਦਾ। ਮਨ ਖਰਾਬ ਹੈ, ਬੁੱਧੀ ਖਰਾਬ ਹੈ, ਚਿੱਤ ਵੀ ਖਰਾਬ ਹੈ, ਹੰਕਾਰ ਚੜਿਆ ਹੋਇਆ। ਸੰਕਲਪ ਨਿਸ਼ਚੈ ਅਨੁਸੰਧਾਨ ਗਰਵ ਜਥਾ ਕਰਮ ਵਿਖੈ ਨਬੇਰ। ਸੋ ਇਹ ਜਿਹੜੇ ਇਹਨਾਂ ਦੇ ਅੱਗੇ ਕਰਮ ਜਾਣਨਾ ਕਰੋ, ਇਹ ਕਿਹੜੇ ਕਿਹੜੇ ਕਰਮ ਨੇ। ਸੋ ਇਸ ਪ੍ਰਕਾਰ ਦੇ ਕਰਮ ਕਰਦੇ ਨੇ ਇਹ ਮਨ। ਮਨ ਕੀ ਕਰਦਾ? ਸੰਕਲਪ ਕਰਦਾ। ਸੰਕਲਪੋ ਵਿਕਲਪੋ ਹੀ ਮਨੋ, ਇਹ ਮਨ ਦੀ ਦਸ਼ਾ ਹੈ। ਸੰਕਲਪ ਤੁਰਿਆ ਜਾਂਦਾ ਕਰਦਾ, ਬਣਾ ਲੈਂਦਾ ਬਹੁਤ ਕੁਝ ਖਿਆਲ ਨਾਲ, ਉਹਨੂੰ ਢਾ ਦਿੰਦਾ ਹੈ, ਉਹਨੂੰ ਕਹਿੰਦੇ ਵਿਕਲਪ। ਸੰਕਲਪ ਤੇ ਵਿਕਲਪ ਹੀ ਮਨ ਕਰਦਾ ਹਰ ਵਕਤ। ਔਰ ਜਿਹੜੀ ਬੁੱਧੀ ਹੈ ਇਹ ਕੀ ਕਰਦੀ? ਨਿਸ਼ਚਾ ਕਰਦੀ ਹੈ, ਝੂਠੇ ਸੰਸਾਰ ਨੂੰ ਸੱਚਾ ਨਿਸ਼ਚਾ ਕਰਦੀ ਹੈ। ਆਹ ਦੁਨੀਆ ਸਾਰੀ ਨੂੰ ਤਾਂ ਬੁੱਧੀ ਕਹਿੰਦੀ ਹੈ ਇਹ ਸੱਚਾ ਹੈ, ਜਿਹੜਾ ਰੱਬ ਹੈ ਉਹ ਝੂਠਾ ਹੈ, ਰੱਬ ਨਹੀਂ ਹੈਗਾ, ਪਰਮਾਤਮਾ ਹੈ ਹੀ ਨਹੀਂ। ਉਹ ਕਿਹੜਾ ਦਿਖਦਾ? ਇੱਥੇ ਲੈ ਮਹਾਰਾਜ ਕਿਹੜਾ ਦਿਖਦੇ ਨੇ? ਕਦੇ ਦਿਖਾਓ ਤੁਹਾਡਾ ਰੱਬ ਕਿੱਥੇ ਹੈ। ਇਹ ਬੁੱਧੀ ਦਾ ਕੰਮ ਹੈ ਸਾਰਾ। ਬੁੱਧੀ ਹਮੇਸ਼ਾ ਸੱਚੀ ਚੀਜ਼ ਨੂੰ ਝੂਠੀ ਤੇ ਝੂਠੀ ਨੂੰ ਸੱਚੀ ਕਰਾਰ ਦਿੰਦੀ ਹੈ। ਇਸੇ ਪ੍ਰਕਾਰ ਜਿਹੜਾ ਸਾਡਾ ਚਿੱਤ ਹੈ
ਉਹ ਚਿੱਤ ਸਾਡਾ ਕੀ ਕਰਮ ਕਰਦਾ ਹੈ? ਇਹ ਅਨੁਸੰਧਾਨ ਕਰਦਾ ਹੈ। ਚਿਤਵਣੀਆਂ ਕਰੀ ਜਾਣੀਆਂ ਐਵੇਂ ਖਾਮ ਖਾਂਦੀਆਂ ਮਨ ਦੇ ਅੰਦਰ। ਤੋ ਇਹ ਮਨ ਦੇ ਹੀ ਹਿੱਸੇ ਨੇ ਚਾਰੇ ਹੀ। ਤੋ ਇਹ ਚਿਤਵਣੀਆਂ ਕਰੀ ਜਾਂਦਾ ਮਨ ਦੇ ਅੰਦਰ ਕਈ ਪ੍ਰਕਾਰ ਦੀਆਂ। ਇੱਥੇ ਬੈਠਾ ਕੁਝ ਸੋਚਦਾ, ਚਿਤਵਣੀਆਂ ਕਰਦਾ ਕਰਦਾ ਕਦੇ ਕਿਤੇ ਚਲਿਆ ਗਿਆ। ਚਿੱਤ ਦੀਆਂ ਚਿਤਵਣੀਆਂ ਨਹੀਂ ਟਿਕਦੀਆਂ। ਮਨ ਮਹਿ ਚਿਤਵੋਂ ਚਿਤਵਨੀ ਉਦਮ ਕਰੋ ਨੀਤ, ਹਰ ਕੀਰਤਨ ਕਾ ਹਰ ਦੇਹੁ ਨਾਨਕ ਕੇ ਮੀਤ। ਇਹ ਅਰਦਾਸ ਕੀਤੀ ਮਹਾਰਾਜ ਨੇ ਆਪਾਂ ਨੂੰ ਸਿਖਾਈ ਹੈ। ਔਰ ਫਿਰ ਜਿਹੜਾ ਹੈ ਗਰਵ ਹੁੰਦਾ ਹੰਕਾਰ। ਇਹ ਸਾਡੇ ਅੰਦਰ ਹੈ ਅਹੰ ਬਿਰਤੀ। ਇਹ ਅਹੰਕਾਰ ਦਾ ਵਿਸ਼ਾ ਹੈ। ਦਿਸ਼ਾ ਪੌਣ ਰਵ ਜਲ ਪਤ ਛਿਤ ਸੁਰ ਅਗਨੀ ਇੰਦਰ ਉਪਿੰਦਰ ਬਖਾਨ। ਇਹ ਤਾਂ ਹੁਣ ਪੂਰੇ ਹੋ ਗਏ 14 ਆਨਿਆਂ ਦੇ ਵਿਸ਼ੇ। ਇਹ ਹੋ ਗਏ 28। ਹੁਣ ਅੱਗੇ ਚੱਲੇ ਨੇ 14 ਦੇਵਤੇ। ਇਹਨਾਂ ਦੇ ਕਿਹੜੇ ਕਿਹੜੇ ਆ? ਇਹਨਾਂ ਦੇ ਵਿੱਚ ਜਿਹੜੀ ਦਿਸ਼ਾ ਹੈ, ਇੱਕ ਦਿਸ਼ਾਵਾਂ ਹੁੰਦੀਆਂ ਨੇ। ਪੌਣ ਹੈ, ਹਵਾ, ਰਵ ਸੂਰਜ ਹੈ, ਜਲਪਤ ਹੁੰਦਾ ਵਰਣ ਦੇਵਤਾ ਹੈ, ਛਿਤ ਧਰਤੀ ਹੈ, ਫਿਰ ਸੂਰਜ ਹੈ, ਅਗਨੀ ਹੈ, ਇੰਦਰ ਹੈ, ਉਪਿੰਦਰ ਹੈ। ਇਹ ਇਹਨਾਂ ਦੇ 14 ਦੇਵਤਿਆਂ ਦੀ ਗਿਣਤੀ ਦੱਸਦੇ ਨੇ। ਪ੍ਰਜਾਪਤੀ ਮ੍ਰਿਤਯੁ ਸੱਸ ਬ੍ਰਹਮਾ ਕੇਤਗ ਰੁਦਰਾ ਦੇਵਤਾ ਜਾਨ। ਇਹ ਇਹਨਾਂ ਦੇ ਸਾਰੇ ਦੇਵਤੇ ਨੇ। ਅਗਨੀ ਪਹਿਲਾਂ ਕਹੇ, ਇੰਦਰ, ਉਪਿੰਦਰ, ਪ੍ਰਜਾਪਤੀ, ਜਮ। ਇਹ 5 ਕਰਮ ਇੰਦਰੀਆਂ ਦੇ ਦੇਵਤੇ ਕਹੇ ਨੇ। ਇਸੇ ਪ੍ਰਕਾਰ ਜਿਹੜਾ ਚੰਦਰਮਾ ਕਿਹਾ ਹੈ, ਤੇ ਇਹ ਪ੍ਰਾਣ ਜਿਹੜੇ ਚੱਲੇ ਨੇ ਅੱਗੇ। ਇਸ ਪ੍ਰਕਾਰ ਸ਼ੁਰੂ ਕਰ ਦਿੰਦੇ ਨੇ ਸਾਰੀਆਂ ਚੀਜ਼ਾਂ ਇਕੱਠੀਆਂ ਹੀ। ਉਹ ਨਖੇੜਨਾ ਉਹਨਾਂ ਨੂੰ ਜਰਾ। ਇਸ ਤਰ੍ਹਾਂ 14 ਦੇਵਤਿਆਂ ਦੀ ਗਿਣਤੀ ਕਰਤੀ। ਇਹ ਆਪੋ ਆਪਣੇ ਕਰਮਾਂ ਦੇ ਮੁਤਾਬਕ ਕਰਮ ਕਰਦੇ ਨੇ। ਸੋ ਕਹਿਣ ਤੋਂ ਭਾਵ ਹੈ ਕਿ ਇਹ ਜਿੰਨੇ ਵੀ ਸਾਡੇ ਦੇਵਤੇ ਨੇ, ਉਹਨਾਂ ਦੀ ਡਿਊਟੀ ਲੱਗੀ ਹੋਈ ਆ ਅੱਖਾਂ ਤੇ, ਨੱਕ ਤੇ, ਕੰਨ ਤੇ। ਉਹਨਾਂ ਦੇ ਰਾਹੀਂ ਇਹ 14 ਇਹਨਾਂ ਦੇ ਅਧਿਆਖ ਦੇਵਤੇ ਕਰਮ ਕਰਵਾਉਂਦੇ ਹਨ। ਪ੍ਰਾਨ ਅਪਾਨ ਸਮਾਨ ਉਦਾਨ ਬਿਆਨ ਨਾਗ ਕੂਰਮ ਪਹਿਚਾਨ। ਇਹ ਜਿਹੜੀਆਂ 10 ਪੌਣਾਂ ਨੇ ਆਪਣੇ ਸਰੀਰ 'ਚ ਕੰਮ ਕਰਦੀਆਂ, 10 ਪ੍ਰਕਾਰ ਦੀਆਂ। ਅਪਾਨ ਪ੍ਰਾਣ, ਅਪਾਨ ਸਮਾਨ, ਉਦਿਆਨ, ਬਿਆਨ। ਇਹ 5 ਵੱਡੀਆਂ ਪੌਣਾਂ ਨੇ। ਸਾਡੇ ਪ੍ਰਾਣ ਚੱਲਦੇ ਨੇ, ਸਵਾਸ ਆਉਂਦੇ ਨੇ। ਅਪਾਨ ਵਾਯੂ ਜੋ ਥੱਲੇ ਨੂੰ ਖਾਰਜ ਹੁੰਦੀ, ਸਮਾਨ ਵਾਯੂ ਸਾਰੇ ਸਰੀਰ 'ਚ ਰਹਿੰਦੀ ਹੈ। ਕੰਠ ਵਿੱਚ ਜਿਹੜੀ ਰਹਿੰਦੀ ਹੈ ਉਹ ਉਦਿਆਨ ਵਾਯੂ ਹੈ, ਅਤੇ ਬਿਆਨ ਜਿਹੜੀ ਧੁਨੀ 'ਚ ਰਹਿੰਦੀ ਆ। ਇਸੇ ਪ੍ਰਕਾਰ ਨਾਗ, ਕੂਰਮ ਜਿਹੜੀ ਹੈ, ਕ੍ਰਿਕਲ, ਦੇਵਦੱਤ ਤੇ ਧਨੱਜੈ। ਇਹ 5 ਛੋਟੀਆਂ ਪੌਣਾਂ ਨੇ। ਢਕਾਰ ਆਉਣਾ, ਛਿੱਕ ਆਉਣੀ, ਉਬਾਸੀ ਆਉਣੀ, ਇਹ ਤੇ ਆਦਿ ਅੱਖਾਂ ਦੀਆਂ ਪਲਕਾਂ ਨੂੰ ਜਿਹੜੇ ਖੋਲਦੇ ਨੇ। ਸੋ ਇਹ ਕ੍ਰਿਕਲ, ਦੇਵਦੱਤ ਪੌਣ ਜਿਹੜੀ ਹੈ, ਉਬਾਸੀ ਆਦਿ ਆਉਣੀ। ਧਨੱਜੇ ਹੁੰਦੀ ਜਿਹੜੀ ਮਰਨ ਤੋਂ ਬਾਅਦ ਬੰਦਾ ਫੁੱਲਣ ਲੱਗ ਜਾਂਦਾ। ਫਿਰ ਇਸ ਕਰਕੇ ਛੇਤੀ ਕਹਿੰਦੇ ਸੰਸਕਾਰ ਕਰੋ ਵੀ ਫੁੱਲਣ ਲੱਗ ਪਿਆ ਇਹ 10 ਪ੍ਰਕਾਰ ਦੀਆਂ ਪੌਣਾਂ ਸਰੀਰ ਅੰਦਰ ਕੰਮ ਕਰਦੀਆਂ ਨੇ। ਕਿਰਿਆ ਸ਼ਕਤ ਨੇ ਪ੍ਰਾਨ ਸਮਸ਼ਟੇ ਕਾਰਨ ਸੂਖਮ ਥੂਲ ਸਰੀਰ। ਇਹ ਹੁਣ ਦੱਸਦੇ ਨੇ ਕਿ ਦੇਖੋ ਕੱਲੇ ਕੱਲੇ ਸਰੀਰ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਕਿਰਿਆ ਕਰਦੀਆਂ ਨੇ। ਤੇ ਵਿਰਾਟ ਦੇ ਜਿਹੜਾ ਬ੍ਰਹਮ ਹੈ ਨਾ, ਉਹਦੇ ਵਿੱਚ ਵੀ ਕਹਿੰਦੇ ਇਸੇ ਪ੍ਰਕਾਰ ਕੱਲੇ ਕੱਲੇ ਜੀਵ ਦੇ ਵਿੱਚ ਵੀ ਇਹੀ ਕਰਮ ਕਰਦੇ ਨੇ ਸਾਰੇ। ਤੋ ਇਹਨੂੰ ਕਹਿੰਦੇ ਨੇ ਵਿਅਸ਼ਟੀ ਰੂਪ ਦੇ ਵਿੱਚ। ਸਮਸ਼ਟੀ ਰੂਪ ਹੁੰਦਾ ਸਾਰਿਆਂ ਦੇ ਵਿੱਚ। ਸਾਰਿਆਂ ਦੇ ਵਿੱਚ ਵੀ ਇਹੀ ਕਰਮ ਜਿਹੜਾ ਵੱਡਾ ਸਰੀਰ ਆ ਅਕਾਲ ਪੁਰਖ ਦਾ, ਭਾਵ ਈਸ਼ਵਰ ਦਾ, ਜਿਹਨੂੰ ਅੱਗੇ ਚੱਲ ਕੇ ਆਪ ਕਥਨ ਕਰਦੇ ਹਨ। ਵਿਰਾਟ ਸੂਤਰ ਅਭਿਆਕ੍ਰਿਤ ਜਈ ਇਹੀ ਸਮਸ਼ਟ ਸਰੀਰ ਗੰਭੀਰ। ਉਹ ਇਹਦੇ ਵਿੱਚ ਵਿਰਾਟ ਰੂਪ ਜਿਹੜਾ ਆਕਾਸ਼ ਸਿਰ ਹੈ, ਪਤਾਲ ਜਿਹੜੀਆਂ ਉਹਦੀਆਂ ਖੜਾਵਾਂ ਗਿਣੀਆਂ ਨੇ, ਇਹ ਸਾਰੀ ਬਨਸਪਤੀ ਜਿਹੜੀ ਹੈ ਇਹ ਰੋਮ ਗਿਣੇ ਨੇ, ਸਮੁੰਦਰ ਪੇਟ ਗਿਣਿਆ। ਇਸ ਤਰ੍ਹਾਂ ਕਰਕੇ ਇਹਨੂੰ ਵਿਰਾਟ ਰੂਪ ਕਹਿੰਦੇ ਨੇ। ਸੂਤਰ ਰੂਪ, ਅਭਿਆਕ੍ਰਿਤ ਰੂਪ, ਮਾਇਆ। ਅਭਿਆਕ੍ਰਿਤ ਆਪਾਂ ਕਈ ਵਾਰੀ ਸੁਣਿਆ, ਬੀਜ ਵਿੱਚੋਂ 6 ਚੀਜ਼ਾਂ ਨਿਕਲਦੀਆਂ ਨੇ, ਮਾਇਆ ਆਦਿਕ। ਇਹ ਸਾਰਾ ਕੁਝ ਜਿਹੜਾ ਹੈ ਨਾ, ਇਹ ਸਮਸ਼ਟੀ ਸਰੂਪ ਹੈ ਉਹਦਾ, ਅਕਾਲ ਪੁਰਖ ਦਾ। ਇਹਦੇ ਵਿੱਚ ਵੀ ਇਹੀ ਸਾਰੇ ਕਰਮ ਕਰਦੇ ਹਨ। ਅਬਮਾਨੀ ਵਿਸ਼ਵ ਤੇਜਸ ਪ੍ਰਾਗੈ ਇਹ ਵਿਸ਼ਿਸ਼ਟ ਕੇ ਤੀਨ ਸਾਧੀਰ। ਸੋ ਵਿਸ਼ਵਮਾਨੀ ਇਹ ਪਹਿਲਾਂ ਸੁਣ ਚੁੱਕੇ ਆਪਾਂ। ਵਿਸ਼ਵਮਾਨੀ ਇਸੇ ਪ੍ਰਕਾਰ ਤੇਜਸਵ ਤੇ ਪ੍ਰਾਗਯ,
ਇਹ ਤਾਂ ਜੀਵਦੇ ਹੀ ਨੇ। ਵਿਸ਼ਵਭਾਨੀ ਜਦੋਂ ਆਪਣੀ ਅੱਖਾਂ ਖੁੱਲੀਆਂ ਤੋਂ ਆਪਾਂ ਦੇਖਦੇ ਹਾਂ, ਫਿਰ ਆਪਾਂ ਸੁੱਤੇ ਪਿਆਂ ਇੱਕ ਸੁਪਨਾ ਦੇਖਦੇ ਹਾਂ, ਅਥਵਾ ਬੇਹੋਸ਼ੀ ਵਿੱਚ ਵੀ ਜਿਹੜਾ ਗਿਆਨ ਰਹਿੰਦਾ ਹੈ, ਇਹ ਸਾਡਾ ਇੱਕ ਪ੍ਰਕਾਰ ਦਾ ਜੀਵ ਦਾ ਕਰਮ ਦੱਸਿਆ ਕਿ ਜੀਵ ਜਿਹੜਾ ਹੈ ਕਿਹੜੇ ਕਿਹੜੇ ਸਮੇਂ 'ਚ ਕਿਹੜੇ ਕਿਹੜੇ ਰੂਪ ਵਿੱਚ ਹੈ। ਈਸ਼ਵਰ ਹਿਰਣ ਗਰਭ ਵੈਸ਼ਨਵ ਨਰ ਏ ਸਮਸ਼ਟ ਅਭਿਮਾਨੀ ਵੀਰ। ਕਹਿੰਦੇ ਨੇ ਜਿਹੜਾ ਈਸ਼ਵਰ ਹੈ, ਹਿਰਣ ਗਰਭ ਹੈ, ਵੈਸ਼ਵਾ ਨਰ ਹੈ, ਇਹ ਸਾਰਿਆਂ ਦੇ ਵਿੱਚ ਇੱਕੋ ਜਿਹੀ ਵਰਤਦਾ ਹੈ। ਇਹਦਾ ਮੈਂ ਵਿਆਖਿਆ ਇਸ ਕਰਕੇ ਜ਼ਿਆਦਾ ਨਹੀਂ ਕੀਤੀ ਇੱਥੇ, ਕਿਉਂਕਿ ਇਹਦੀ ਵਿਆਖਿਆ ਸਾਰੀ ਜਪਜੀ ਸਾਹਿਬ 'ਚ ਹੈ। ਜਪਜੀ ਸਾਹਿਬ ਦੇ ਵਿੱਚ ਇੰਨੀ ਜ਼ਿਆਦਾ ਵਿਆਖਿਆ ਇਹਨਾਂ ਚੀਜ਼ਾਂ ਦੀ, ਕੱਲਾ ਕੱਲਾ ਗਿਣ ਕੇ ਬਾਰ-ਬਾਰ ਚਿਣ ਕੇ ਰੱਖਿਆ ਹੋਇਆ ਵੀ ਕਿਸੇ ਨੂੰ ਲੋੜ ਨਾ ਪਵੇ ਕੁਝ ਪੁੱਛਣ ਦੀ, ਸਾਰਾ ਗਿਆਨ ਉਹਨੂੰ ਉੱਥੋਂ ਹੀ ਪ੍ਰਾਪਤ ਹੋ ਸਕੇ। ਵਿਆਸ਼ਟ ਸਮਸ਼ਟ ਅਧਿਆਸਤ ਲਖੋਦਵੈ ਜਿਮ ਸਰਪਾਦ ਜੇਵਰੀ ਮਾਂ। ਹੁਣ ਕਹਿੰਦੇ ਜਿਵੇਂ ਸੱਪ ਦੇ ਵਿੱਚ ਆਪਾਂ ਨੇ ਰੱਸੀ ਨੂੰ ਦੇਖਿਆ, ਰੱਸੀ ਦੇਖ ਕੇ ਹਨੇਰੇ 'ਚ ਕੋਈ ਸੱਪ ਕਹਿੰਦਾ ਉਹਨੂੰ, ਕਹਿੰਦਾ ਇਹ ਦੋ ਚੀਜ਼ਾਂ ਨੇ, ਵਿਅਸਟ ਤੇ ਸਮਸਤ। ਇਸ ਪ੍ਰਕਾਰ ਦੇ ਨਾਲ ਜਿਵੇਂ ਆਪਾਂ ਨੇ ਰੱਸੀ ਦੇ ਵਿੱਚ ਸੱਪ ਕਲਪਿਆ ਹੈ, ਇਸੇ ਤਰ੍ਹਾਂ ਬ੍ਰਹਮ ਰੂਪ ਰੱਸੀ ਦੇ ਵਿੱਚ ਇਹ ਸੰਸਾਰ ਰੂਪੀ ਸੱਪ ਕਲਪਿਆ ਹੋਇਆ ਆਪਾਂ ਨੇ। ਵਾਸਤਵ ਦੇ ਵਿੱਚ ਇਹ ਬ੍ਰਹਮ ਹੀ ਹੈ, ਪਰ ਜਿਹੜੇ ਆਮ ਬੰਦਿਆਂ ਦੀ ਨਿਗਾਹ ਵਿੱਚ ਇਹਨੂੰ ਵਖਰੇਵਾਂ ਪਾਤਾ। ਇਸ ਕਰਕੇ ਕਹਿੰਦੇ ਨੇ ਕਿ ਇਹ ਸਮਸ਼ਟ ਰੂਪ ਵਿੱਚ ਵੀ ਉਹੀ ਹੈ, ਵਿਅਸਟ ਰੂਪ ਵਿੱਚ ਕੱਲੇ ਵਿੱਚ ਵੀ ਉਹੀ ਹੈ, ਸਮੁੱਚੇ ਰੂਪ ਵਿੱਚ ਵੀ ਉਹ ਬ੍ਰਹਮ ਹੀ ਕਿਰਿਆ ਕਰਦਾ ਹੈ। ਸੀਪ ਵਿਖੈ ਰੂਪੋ ਜਿਮ ਕਲਪਤ ਤਿਮ ਬ੍ਰਹਮ ਆਤਮ ਚੇਤਨ ਆਏ। ਕਹਿੰਦੇ ਜਿਵੇਂ ਸਿੱਪੀ ਹੁੰਦੀ ਹੈ, ਉਹ ਸਿੱਪੀ ਦੇਖੋ ਤਾਂ ਉਹਦੇ 'ਚ ਚਾਂਦੀ ਜੀ ਨਜ਼ਰਾਂ ਲਿਸ਼ਕਦੀ ਹੈ, ਉਹ ਰਾਤ ਨੂੰ ਦਿਨੇ ਵੀ ਲਿਸ਼ਕਦੀ ਹੈ। ਉਹਦੇ ਵਿੱਚ ਜਿਵੇਂ ਆਪਾਂ ਕਲਪਦੇ ਹਾਂ ਚਾਂਦੀ ਲੱਗੀ ਹੋਈ ਹੈ ਸਿੱਪੀ ਦੇ ਵਿੱਚ, ਇਸੇ ਪ੍ਰਕਾਰ ਇਹ ਜੱਗ ਦੇ ਵਿੱਚ ਆਪਾਂ ਕਲਪਦੇ ਹਾਂ ਕਿ ਇਹ ਬ੍ਰਹਮ ਹੈ। ਇਸ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਇੰਨਾ ਕੀ ਬ੍ਰਹਮ ਹੈ ਜਿੰਨਾ ਕੁ ਆਪਾਂ ਨੂੰ ਸਿੱਪੀ ਦੇ ਵਿੱਚ ਚਾਂਦੀ ਪ੍ਰਤੀਤ ਹੁੰਦੀ ਹੈ। ਹੈ ਅਗਿਆਨ ਕਰ ਕਲਪਤ ਸਭ ਜਗ ਅਦਿਸ਼ਿਆਨ ਆਤਮ ਇੱਕ ਚਾਏ। ਇਹ ਸਾਰਾ ਜੱਗ ਅਗਿਆਨ ਕਰਕੇ ਹੀ ਵਿਚਾਰਾ ਕਲਪੀ ਜਾਂਦਾ, ਪਰ ਸਾਰੇ ਜੱਗ ਦਾ ਜਿਹੜਾ ਅਧਿਸ਼ਟਾਨ ਹੁੰਦਾ, ਆਸਰਾ ਰੂਪ ਹੈ ਨਾ, ਸਤ ਸਰੂਪ ਹੈ, ਉਹ ਤਾਂ ਵਾਹਿਗੁਰੂ ਹੀ ਹੈ। ਇਸ ਦਾ ਜਿਹੜਾ ਆਸਰਾ ਰੂਪ ਹੈ, ਸਤ ਸਰੂਪ ਹੈ, ਇੱਕ ਆਤਮਾ ਨੂੰ ਹੀ ਸਾਰਿਆਂ ਨਾਲੋਂ ਵੱਡਾ ਮੰਨੋ, ਕਹਿੰਦੇ ਉਹੀ ਸਾਰਿਆਂ ਨਾਲੋਂ ਵੱਡੀ ਹੈ। ਮਹਿ ਜੇਵਰੀ ਜਾਣੈ ਜੋ ਲਗ ਤੋ ਲਗ ਕਲਪ ਕਲਪ ਦੁਖ ਪਾਏ। ਜਦੋਂ ਤੱਕ ਇਹ ਅਸਲੀ ਚੀਜ਼ ਹੈ ਰੱਸੀ ਹੈ ਬ੍ਰਹਮ, ਜਦ ਤੱਕ ਬ੍ਰਹਮ ਨੂੰ ਨਹੀਂ ਜਾਣ ਲੈਂਦਾ, ਜਦ ਤੱਕ ਇਹ ਨਹੀਂ ਸਮਝਦਾ ਕਿ ਮੇਰੀ ਆਤਮਾ ਹੀ ਪਰਮਾਤਮਾ ਹੈ, ਉਦੋਂ ਤੱਕ ਬੰਦਾ ਕਲਪੀ ਜਾਂਦਾ। ਤੇ ਜਿੱਦਣ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਮੈਂ ਆਤਮਾ ਹਾਂ, ਤੇ ਆਤਮਾ ਤਾਂ ਬਹੁਤ ਵੱਡੀ ਚੀਜ਼ ਹੈ, ਆਤਮਾ ਤਾਂ ਪਰਮਾਤਮਾ ਹੀ ਹੈ, ਉਦਣ ਕਲਪਣੋਂ ਹਟ ਜਾਵਾਂਗੇ, ਉਦਣ ਸਾਰੇ ਦੁੱਖ ਟੁੱਟ ਜਾਣਗੇ, ਉਦਣ ਬ੍ਰਹਮ ਰੂਪ ਹੋ ਜਾਵਾਂਗੇ, ਉਦਣ ਉਸ ਅਵਸਥਾ ਚਲੇ ਜਾਵਾਂਗੇ ਕਿ ਅਬ ਤੂੰ ਹੀ ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ। ਉੱਥੇ ਪਹੁੰਚ ਜਾਣਾ, ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਹਦੇ 'ਚ ਇੱਕ ਪ੍ਰਮਾਣ ਹੋਰ ਦਿੱਤਾ ਭਗਤ ਰਵਿਦਾਸ ਜੀ ਦੇ ਸ਼ਬਦ ਵਿੱਚ ਕਿ ਜਿਸ ਪ੍ਰਕਾਰ ਇਹ ਰਾਜਾ ਜਨਕ ਸੁੱਤਾ ਸੀ ਦੁਪਹਿਰ ਦੇ ਵਕਤ ਰੋਟੀ ਖਾ ਕੇ, ਜਦ ਸੌਂ ਗਿਆ, ਸੁੱਤੇ ਪਏ ਨੂੰ ਸੁਪਨਾ ਆਇਆ ਮੈਂ ਭਿਖਾਰੀ ਬਣ ਗਿਆ, ਪਾਟੇ ਕੱਪੜੇ, ਟੁੱਟਿਆ ਠੂਠਾ, ਐਵੇਂ ਚਵਾਨੀ ਜੀ ਹੱਥ 'ਚ ਫੜੀ ਆ, ਕਿ ਉਹ ਚਵਾਨੀ ਰੁੜ ਕੇ ਗੰਦੀ ਨਾਲੇ 'ਚ ਡਿੱਗ ਪਈ, ਫਿਰ ਕੱਢੀ ਚਿੱਕੜ 'ਚ ਹੱਥ ਲਵੇੜ ਲਏ, ਫਿਰ ਗਾਹਾਂ ਚਲੇ ਗਿਆ, ਠੂਠਾ ਜਿਹਾ ਲਿਆ, ਉੱਥੇ ਖਿਚੜੀ ਦੇ ਰਹੇ ਗਰੀਬਾਂ ਨੂੰ, ਵੰਡ ਰਹੇ ਨੇ, ਕੋਈ ਸੇਠ ਉਹਦਾ ਬੰਦਾ ਨੌਕਰ ਵੰਡ ਰਿਹਾ ਖਿਚੜੀ, ਇਹਨੇ ਵੀ ਠੂਠਾ ਅੱਗੇ ਕੀਤਾ। ਉਹ ਕਹਿੰਦਾ ਇੰਨੀ ਦੇਰ ਨਾਲ ਆਇਆ, ਹੁਣ ਤਾਂ ਖਿਚੜੀ ਵਰਤ ਗਈ ਆ, ਮਸਾਂ ਹੀ ਉਹਨੇ ਇਕੱਠੀ ਕੀਤੀ ਖਿਚੜੀ ਜੀ, ਉਹਦੇ 'ਚ ਪਤੀਲੇ 'ਚ ਸੀ ਉਹ ਗਰਮ, ਉਹ ਪਾ ਦਿੱਤੀ ਇਹਦੇ ਠੂਠੇ ਨਾਲੇ, ਕੜਛੀ ਮਾਰੀ ਇਹਦੇ ਗਰਮ। ਜਦੋਂ ਕੜਛੀ ਮਾਰੀ, ਮੂਹਰੋਂ ਦੋ ਝੋਟੇ ਲੜਦੇ ਆ ਗਏ, ਉਹ ਝੋਟੇ ਇਹਦੇ ਉੱਤੇ ਡਿੱਗ ਪਏ, ਵੀ ਡਿੱਗ ਪਿਆ, ਕਿਤੇ ਅੱਖ ਖੁੱਲ ਗਈ ਇਹਦੀ। ਉੱਠ ਕੇ ਬੜਾ ਅੱਬੜ ਬਾਹੇ ਜੇ ਉੱਠ ਕੇ ਬੈਠਾ ਹੋਇਆ, ਕਹਿੰਦਾ ਹੈ ਇਹ ਕੀ ਬਣ ਗਿਆ, ਮੈਂ ਏਡਾ ਵੱਡਾ ਰਾਜਾ ਸੁਪਨੇ 'ਚ ਮੰਗਤਾ ਬਣ ਗਿਆ ਮੈਂ ਤਾਂ, ਇਹ ਤਾਂ ਬੜੀ ਮਾੜੀ ਗੱਲ ਹੋਈ। ਇਹਨੂੰ ਬੜੀ ਹੈਰਾਨਗੀ ਹੋਈ ਇਸ ਗੱਲ ਦੀ। ਉਹ ਪ੍ਰਮਾਣ ਦਿੱਤਾ ਹੈ। ਸੋ
ਜਿਹੜਾ ਅਸੀਂ ਨਾ ਰਾਜਾ ਉਹ ਸੁਪਨੇ ਵਿੱਚ ਜਿਵੇਂ ਸੁੱਤਾ ਸੌਂ ਕੇ ਜਿਵੇਂ ਉਹਨੂੰ ਫਿਰ ਰਾਜ ਦੇ ਹੁੰਦਿਆਂ ਸੁਣਦਿਆਂ ਅਛਤ ਰਾਜ ਵਿਚਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ। ਰਾਜ ਭੁਜੰਗ ਜੈਸੇ ਪ੍ਰਸੰਗ ਹੈ ਅਬ ਕਛ ਮਰਮ ਜਨਾਇਆ। ਰਾਜ ਹੁੰਦਾ ਰੱਜੂ ਰੱਸੀ, ਰੱਸੀ ਦਾ ਪ੍ਰਸੰਗ ਜਿਵੇਂ ਹੈ, ਜਿਵੇਂ ਉਹ ਸਾਨੂੰ ਰੱਸੀ ਸੱਪ ਲੱਗਦੀ ਸੀ ਹਨੇਰੇ ਵਿੱਚ, ਚਾਨਣ ਹੋਣ ਨਾਲ ਬ੍ਰਹਮ ਦਿਖ ਪਿਆ, ਰੱਸੀ ਦਿਖ ਪਈ। ਕਹਿੰਦੇ ਜਦੋਂ ਤੱਕ ਆਪਾਂ ਨੂੰ ਅਸਲੀਅਤ ਦਾ ਗਿਆਨ ਨਹੀਂ ਹੁੰਦਾ, ਅਗਿਆਨਤਾ ਦੇ ਹਨੇਰੇ ਕਰਕੇ ਆਪਾਂ ਨੂੰ ਸੰਸਾਰ ਵਖਰੇਵੇਂ 'ਚ ਨਜ਼ਰ ਆਉਂਦਾ। ਜਿੱਦਣ ਬ੍ਰਹਮ ਗਿਆਨ ਹੋ ਗਿਆ ਉਦਣ